ਵਾਹਿਗੁਰੂ 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 ਵਾਹਿਗੁਰੂ। ਤਿੰਨਾਂ ਗੁਣਾਂ ਵਿੱਚ ਹੋ ਕੇ ਵੀ ਤਿੰਨਾਂ ਗੁਣਾਂ ਤੋਂ ਅਤੀਤ ਹੈ, ਤਿੰਨਾਂ ਕਾਲਾਂ ਵਿੱਚ ਹੋ ਕੇ ਵੀ ਉਹ ਕਾਲ ਅਤੀਤ ਹੈ, ਤਿੰਨਾਂ ਅਵਸਥਾਵਾਂ ਵਿੱਚ ਹੋ ਕੇ ਵੀ ਉਹ ਸਾਰੀਆਂ ਅਵਸਥਾਵਾਂ ਤੋਂ ਅਤੀਤ ਹੈ। ਉਹ ਹੈ ਇੱਕ ਓਂਕਾਰ, ਉਹਦਾ ਸਰਗੁਣ ਰੂਪ ਹੈ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਹੈ ਜੋ ਪਾਵਨ ਵਿਚਾਰ ਪਾਵਨ ਬਾਣੀ ਸਾਹਿਬ ਸ੍ਰੀ ਆਨੰਦ ਸਾਹਿਬ ਜੀ ਕੀ ਕੁਝ ਰੋਜ਼ ਤੋਂ ਚੱਲ ਰਹੀ ਹੈ। ਅੱਜ 14ਵੀਂ ਪੌੜੀ ਤੋਂ ਵਿਚਾਰ ਆਰੰਭ ਕਰਨੀ ਹੈ। ਹੁਣ ਤੱਕ 13 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਆਓ ਪਹਿਲਾਂ ਇਸ ਪਵਿੱਤਰ ਬਾਣੀ ਦੇ ਪੌੜੀ ਦੇ ਪਾਠ ਨਾਲ ਜੁੜੀਏ, ਫਿਰ ਜੈਸੀ ਜੈਸੀ ਗੁਰੂ ਕਿਰਪਾ ਕਰਨਗੇ ਜੁੜੋ ਪਿਆਰ ਨਾਲ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚਲਣਾ। ਲਭ ਲੋਭ ਹੰਕਾਰ ਤਜ, ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖਨਿਹੁ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹੇ ਨਾਨਕ ਚਾਲ ਭਗਤਾ, ਜੁਗਹੁ ਜੁਗ ਨਿਰਾਲੀ। ਕਹੇ ਨਾਨਕ ਚਾਲ ਭਗਤਾ, ਜੁਗਹੁ ਜੁਗ ਨਿਰਾਲੀ। ਇਸ ਪਵਿੱਤਰ ਪੌੜੀ ਵਿੱਚ ਮੇਰੇ ਗੁਰਦੇਵ ਉਹਨਾਂ ਜੁੜੀਆਂ ਰੂਹਾਂ ਜਿਨ੍ਹਾਂ ਨੂੰ ਭਗਤ ਕਹਿੰਦੇ ਹਨ, ਉਹਨਾਂ ਦੀ ਅਵਸਥਾ ਦਾ ਜ਼ਿਕਰ ਕਰਦੇ ਹਨ ਕਿ ਜੋ ਭਗਤ ਜਨ ਹਨ ਜਿਹੜੇ ਉਸ ਨਾਲ ਜੁੜੇ ਨੇ, ਕੋਈ ਸੌਖਾ ਮਾਰਗ ਨਹੀਂ ਹੈ ਜੁੜਨਾ। ਭਗਤੀ ਕਰਨੀ ਕੋਈ ਆਸਾਨ ਕੰਮ ਨਹੀਂ ਹੈ। ਬੜੇ ਬੜੇ ਇਮਤਿਹਾਨ ਲੈਂਦਾ ਵਾਹਿਗੁਰੂ। ਭਗਤ ਕੌਣ? ਜਿਸਨੇ ਆਪਣਾ ਵਜੂਦ ਉਸ ਇੱਕ ਵਿੱਚ ਲੀਨ ਕਰ ਦਿੱਤਾ, ਆਪਣੀ ਹਉਮੈ ਅਹੰਕਾਰ ਤਿਆਗ ਦਿੱਤੀ। ਉਹ ਫਿਰ ਸੰਸਾਰ ਵੱਲ ਪਿੱਛੇ ਮੁੜ ਕੇ ਨਹੀਂ ਦੇਖਦਾ। ਪਰ ਇਹ ਮਾਰਗ ਹੈ ਬੜਾ ਕਠਿਨ, ਬੜੇ ਬੜੇ ਇਮਤਿਹਾਨ ਆਉਂਦੇ ਨੇ। ਇਸ ਲਈ ਪਾਤਸ਼ਾਹ ਨੇ ਕਿਹਾ
ਭਗਤਾਂ ਕੀ ਚਾਲ ਨਿਰਾਲੀ, ਇਹਨਾਂ ਦੀ ਵੱਖਰੀ ਸੰਸਾਰ ਨਾਲੋਂ ਚਾਲ ਹੈ। ਸੰਸਾਰ ਦੌਲਤ ਮਗਰ ਦੌੜਦਾ ਹੈ, ਭਗਤ ਪਰਮਾਤਮਾ ਵੱਲ ਦੌੜਦਾ ਹੈ। ਦੌਲਤ ਨੂੰ ਉਹ ਆਪਣੀ ਠੋਕਰ ਤੇ ਰੱਖਦਾ, ਦੌਲਤ ਨੂੰ ਕੁਝ ਨਹੀਂ ਸਮਝਦਾ। ਉਹਦੇ ਰਾਹ ਵਿੱਚ ਮੋਹ ਮਾਇਆ ਰੁਕਾਵਟ ਨਹੀਂ ਬਣ ਸਕਦੀ, ਕਿ ਉਹਨੂੰ ਪਤਾ ਹੈ ਕਿ ਰੱਬ ਤੋਂ ਉੱਤੇ ਕੁਛ ਨਹੀਂ, ਉਸਦੇ ਨਾਮ ਤੋਂ ਉੱਤੇ ਕੁਛ ਨਹੀਂ। ਇਸ ਲਈ ਪਾਤਸ਼ਾਹ ਦੁਹਰਾ ਕੇ ਕਹਿੰਦੇ ਹਨ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਬੜਾ ਔਖਾ ਹੈ, ਬੜੇ ਬੜੇ ਇਮਤਿਹਾਨ ਆਪਣੇ ਭਗਤਾਂ ਦੇ ਵਾਹਿਗੁਰੂ ਲੈਂਦਾ ਹੈ। ਔਰ ਭਗਤ ਦੀ ਅਵਸਥਾ ਦੱਸਦੇ ਹਨ, ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਉਹ ਆਪਣਾ ਲਾਲਚ, ਲੋਭ, ਅਹੰਕਾਰ, ਤ੍ਰਿਸ਼ਨਾ, ਡਿਜ਼ਾਇਰਸ, ਸਭ ਇੱਛਾਵਾਂ ਤਿਆਗ ਕੇ ਪ੍ਰਭੂ ਚਰਨਾਂ ਵਿੱਚ ਲੀਨ ਰਹਿੰਦਾ ਹੈ। ਕੋਈ ਇੱਛਾ ਉਹਨੂੰ ਨਹੀਂ ਸਤਾਉਂਦੀ, ਕਿਸੇ ਕਿਸਮ ਦਾ ਡਰ ਲਾਲਚ ਨਹੀਂ ਉਹਨੂੰ ਹੁੰਦਾ, ਤੇ ਨਾ ਹੀ ਉਹ ਵਿਖਿਆਨ ਕਰਦਾ ਹੈ ਕਿ ਮੈਂ ਇੰਨਾ ਕੁਝ ਤਿਆਗਿਆ, ਮੈਂ ਇੰਨਾ ਕੁਝ ਤਿਆਗਿਆ, ਮੈਂ ਇੰਨਾ ਕੁਝ ਤਿਆਗਿਆ। ਆਮ ਦੇਖਣ ਨੂੰ ਮਿਲਦਾ ਹੈ। ਇੱਕ ਪੁਰਾਤਨ ਸੇਵਾ ਪੰਥੀਆਂ ਵਿੱਚ ਸਾਖੀ ਆਉਂਦੀ ਉਹਨਾਂ ਦੇ ਇਤਿਹਾਸ ਵਿੱਚ। ਭਾਈ ਅੱਡਨ ਸਾਹਿਬ ਹੋਏ ਨੇ ਭਾਈ ਕਨ੍ਹਈਆ ਜੀ ਤੋਂ ਤੀਜੇ ਸਥਾਨ ਤੇ ਸੇਵਾ ਪੰਥ ਜਿਨ੍ਹਾਂ, ਔਰ ਉਹਨਾਂ ਦੇ ਨਾਂ ਤੇ ਅੱਜ ਸੇਵਾ ਪੰਥੀ ਅੱਡਨ ਸ਼ਾਹੀ ਕਿਹਾ ਜਾਂਦਾ ਇਹਨਾਂ ਨੂੰ। ਬੜੇ ਕਰਨੀ ਵਾਲੇ ਮਹਾਂਪੁਰਸ਼ ਸਨ, ਤੇ ਉਹਨਾਂ ਦੇ ਆਸ਼ਰਮ ਵਿੱਚ 250 ਸਾਧੂ ਨਿਵਾਸ ਕਰਦਾ ਸੀ। ਇੱਕ ਦਿਨ ਉਹ ਲੰਘੇ ਕੋਲੋਂ ਦੀ, ਤੇ ਸਾਧੂ ਆਪਸ ਵਿੱਚ ਗੱਲਾਂ ਪੇ ਕਰਨ। ਇੱਕ ਕਹਿੰਦਾ ਮੈਂ ਇੰਨੀ ਜਗੀਰ ਛੋੜ ਆਇਆ, ਦੂਜਾ ਕਹਿੰਦਾ ਮੇਰੇ ਘਰ ਇੰਨਾ ਧਨ ਅਸਬਾਬ ਸੀ, ਮੈਂ ਤਿਆਗ ਕੇ ਸਾਧੂ ਬਣ ਗਿਆ, ਤੀਜਾ ਹੋਰ ਅਗਲੀ ਗੱਲ ਕਰੇ। ਉਹ ਗੱਲਾਂ ਸੁਣਦੇ ਸੁਣਦੇ ਭਾਈ ਅੱਡਨ ਸਾਹਿਬ ਚੁੱਪ ਕਰਕੇ ਆਪਣੇ ਆਸਨ ਤੇ ਆ ਕੇ ਬਹਿ ਗਏ। ਸਾਧੂ ਆ ਕੇ ਚਰਨਾਂ ਵਿੱਚ ਬੈਠੇ ਤੇ ਕਹਿਣ ਲੱਗੇ, ਮਹਾਰਾਜ ਕੋਈ ਬਚਨ ਸੁਣਾਓ। ਕਹਿੰਦੇ ਨੇ, ਪਹਿਲੇ ਤੁਸੀਂ ਆਪਣੀ ਗੱਲ ਕਰ ਲਓ। ਤੁਸੀਂ ਜੋ ਇੰਨੀਆਂ ਗੱਲਾਂ ਕਰਦੇ ਸੋ, ਅਸੀਂ ਇਹ ਤਿਆਗਿਆ, ਇਹ ਤਿਆਗਿਆ, ਅਜੇ ਤਿਆਗਿਆ ਕਿੱਥੇ? ਤੁਸੀਂ ਤੇ ਨਾਲ ਲਈ ਫਿਰਦੇ ਹੋ। ਉਹ ਤਿਆਗ ਦਾ ਵੀ ਅਹੰਕਾਰ ਹੈ, ਉਹ ਤਿਆਗ ਦਾ ਵੀ ਅਹੰਕਾਰ ਹੈ। ਸਾਧੂ ਤੇ ਉਹ ਜਿਹੜਾ ਤਿਨਕੇ ਦੀ ਤਰ੍ਹਾਂ ਸਭ ਛੋੜ ਦੇ। ਇੱਕ ਹੋਰ ਕਥਾ ਸੁਣਾਉਂਦੇ ਨੇ ਮਹਾਂਪੁਰਸ਼, ਐਸੀ ਜਿਵੇਂ ਕੋਈ ਤਿਆਗ ਦਾ ਵੀ ਹੰਕਾਰ ਹੁੰਦਾ ਕਈਆਂ ਨੂੰ। ਇੱਕ ਸਾਧ ਬੜਾ ਤਿਆਗੀ, ਆਪਣੇ ਆਪ ਨੂੰ ਬੜਾ ਤਿਆਗੀ ਕਹਿੰਦਾ ਸੀ, ਤੇ ਕਥਾ ਕਰਦਾ ਹੁੰਦਾ ਸੀ ਕਿ ਅਸੇ ਤੇ ਕੋਈ ਲਾਲਚ ਨਹੀਂ ਜੀ, ਕੋਈ ਮਾਇਆ ਦੇ ਜਾਏ ਤੋ ਠੀਕ, ਨਾ ਦੇ ਤੋ ਠੀਕ, ਅਸੇ ਤੇ ਰੱਬ ਦੀ ਭਗਤੀ ਕਰਨੀ ਹੈ। ਹੁਣ ਤੱਕ ਇੱਕ ਗਰੀਬ ਕਥਾ ਵਿੱਚ ਆਉਂਦਾ ਸੀ, ਉਹ ਸੁਣਦਾ ਸੀ। ਕਈ ਸਾਧੂਆਂ ਨੂੰ ਉਹਨੇ ਬੇਨਤੀ ਕੀਤੀ ਸੀ ਵੀ ਸਾਡੇ ਘਰ ਚੱਲੋ, ਪਰ ਸਾਧੂ ਵੀ ਕਿੱਥੇ ਸੰਸਾਰ ਤੋਂ ਟੁੱਟੇ ਥੋੜ੍ਹੀ ਨੇ। ਗੱਲੀ ਕਿਸੇ ਨਾ ਪਾਇਆ, ਗੱਲੀ ਜੋਗ ਨਾ ਹੋਈ। ਉਹ ਸਭ ਹੰਕਾਰ ਦੀਆਂ ਗੱਲਾਂ ਨੇ। ਬਹੁਤ ਘਾਟੇ ਕੋਈ ਵਿਰਲਾ ਕਿਸੇ ਗਰੀਬ ਨੂੰ ਆਦਰ ਦਿੰਦਾ ਜੇ, ਨਹੀਂ ਤੇ ਅੱਜ ਕੋਈ ਗਰੀਬ ਜਾ ਕੇ ਕਿਸੇ ਸਾਧੂ ਨੂੰ ਕਵੇ, ਕਿਸੇ ਸੋ ਕਾਲਡ ਮਹਾਂਪੁਰਸ਼ ਨੂੰ ਕਵੇ ਚਲੋ ਸਾਡੇ ਘਰ ਅੰਜਲ ਛਕੋ, ਉਹ ਅਮੀਰ ਦੇ ਘਰ ਤੇ ਭੱਜ ਭੱਜ ਕੇ ਜਾਣਗੇ। ਪਰ ਕੋਈ ਗਰੀਬ ਬੁਲਾਉਣ ਆਵੇ ਤੇ ਸ਼ਾਇਦ ਉਹਨੂੰ ਅੰਦਰ ਹੀ ਨਹੀਂ ਵੜਨ ਦਿੰਦੇ, ਤੇਰੇ ਤੇ ਕੱਪੜਿਆਂ 'ਚੋਂ ਹੀ ਬੋ ਆਉਂਦੀ। ਇਹ ਤੇ ਗੁਰੂ ਨਾਨਕ ਸੀ, ਜਿਸਨੇ ਭਾਈ ਲਾਲੋ ਦੇ ਘਰ ਵਿੱਚ ਰਹਿ ਕੇ ਸੁੱਕੀਆਂ ਰੋਟੀਆਂ ਤੇ ਕਿੰਨਾ ਸਮਾਂ ਗੁਜ਼ਾਰਾ ਕੀਤਾ, ਲੋਕਾਂ ਨੂੰ ਲਾਂਭੇ ਵੀ ਦਿੱਤੇ। ਭਾਈ ਮਰਦਾਨਾ ਜੀ ਵੀ ਕਹਿਣ ਲੱਗੇ, ਪਾਤਸ਼ਾਹ ਹੋਰ ਨਹੀਂ ਸੁਣਿਆ ਜਾਂਦਾ, ਚਲੋ ਇੱਥੋਂ। ਪਾਤਸ਼ਾਹ ਕਹਿਣ ਲੱਗੇ, ਨਹੀਂ ਮੇਰਾ ਮਿੱਤਰ ਹੈ, ਮੈਂ ਜ਼ੁਬਾਨ ਦਿੱਤੀ ਹੈ ਇਹਦੇ ਕੋਲ ਕੁਝ ਚਿਰ ਰਹਿਣਾ। ਜੇ ਤੂੰ ਲੋਕਾਂ ਦੀਆਂ ਗੱਲਾਂ ਨਹੀਂ ਸੁਣ ਸਕਦਾ ਤੇ ਥੋੜ੍ਹਾ ਦਿਨ ਘਰ ਚਲੇ ਜਾ। ਮਾਤਾ ਪਿਤਾ ਦਾ ਹਾਲ ਵਿਚਾਲ ਵੀ ਪੁੱਛਿਆ, ਪਰ ਮੈਂ ਤੇ ਇੱਥੇ ਹੀ ਰਹਾਂਗਾ। ਇਹ ਤਾਂ ਕੋਈ ਗੁਰੂ ਨਾਨਕ ਹੈ, ਇਹ ਕੋਈ ਧੰਨ ਗੁਰੂ ਹਰਗੋਬਿੰਦ ਸਿੰਘ ਸਾਹਿਬ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ। ਇੱਕ ਮਾਈ ਸੁੱਕੀਆਂ ਰੋਟੀਆਂ ਲੈ ਕੇ ਖੜੀ ਹੈ ਬਾਹਰ, ਜਿੱਥੇ ਸਤਸੰਗ ਚੱਲ ਰਿਹਾ ਹੈ,
ਪਾਤਸ਼ਾਹ ਨੇ ਡੇਰੇ ਲਾਏ ਨੇ। ਦੇਖਦੀ ਏ ਲੋਕੀ ਭਰ ਭਰ ਕੇ ਥਾਲ, ਭੇਟਾਵਾਂ, ਬਸਤਰ, ਹਥਿਆਰ, ਹੋਰ ਮਾਇਆ ਦੇ ਗੱਫੇ, ਅੰਜਲ ਲੈ ਕੇ ਜਾ ਰਹੀਆਂ ਨੇ। ਇਹ ਵਿਚਾਰੀ ਘਰੋਂ 2 ਰੋਟੀਆਂ ਬਣਾ ਕੇ ਲਿਆਈ ਸੀ ਸੁੱਕੀਆਂ। ਤੇ ਹੁਣ ਮਨ ਵਿੱਚ ਇੱਛਾ ਹੈ ਵੀ ਗੁਰੂ ਸਾਹਿਬ ਕਿਰਪਾ ਕਰਨ। ਬੜੀ ਸ਼ਰਧਾ ਨਾਲ ਪਕਾਈਆਂ 2 ਰੋਟੀਆਂ। ਤੇ ਸਤਸੰਗ ਦੀ ਸਮਾਪਤੀ ਹੋਈ ਤੇ ਮੀਰੀ ਪੀਰੀ ਦੇ ਮਾਲਕ ਉੱਠ ਕੇ ਬਾਹਰ ਆ ਗਏ। ਜਿੱਥੇ ਮਾਈ ਖੜੀ ਸੀ ਉਹਦੇ ਚਰਨਾਂ 'ਚ ਆ ਕੇ ਬੈਠਿਆ, ਮਾਂ ਲਿਆ ਪ੍ਰਸ਼ਾਦਾ, ਭੁੱਖ ਲੱਗੀ ਹੈ। ਇਹ ਕੋਈ ਮੀਰੀ ਪੀਰੀ ਦਾ ਮਾਲਕ ਹੀ ਕਰ ਸਕਦਾ। ਅੱਜ ਦੇ ਯੁੱਗ ਦਾ ਸੋ ਕਾਲਡ ਸਾਧੂ ਨਹੀਂ ਕਰ ਸਕਦਾ ਪਿਆਰੀ ਸਾਹਿਬ। ਉਹ ਸਾਧ ਬੜਾ ਹੰਕਾਰੀ। ਤੇ ਇਸ ਗਰੀਬ ਨੇ ਕਿਹਾ ਵੀ ਚਲੋ ਸਾਡੇ ਘਰ ਚਲੋ, ਮੇਰੇ ਪਾਸ ਤੇ 2 ਰੋਟੀਆਂ ਹੀ ਨੇ ਖਵਾਉਣ ਨੂੰ। ਹੁਣ ਕਹਿ ਬੈਠਾ ਸੀ ਸੰਗਤ ਵਿੱਚ ਕਿ ਸਾਨੂੰ ਕੋਈ ਫਰਕ ਨਹੀਂ, ਤੁਰ ਪਿਆ ਨਾਲ। ਹੁਣ ਉਸ ਗਰੀਬ ਦੇ ਘਰ ਸੱਚੋ ਮੁੱਚੀ ਸਿਵਾਏ ਸੁੱਕੀਆਂ ਰੋਟੀਆਂ ਦੇ ਹੋਰ ਕੁਛ ਨਹੀਂ ਸੀ, ਅੱਧੀ ਗਰੀਬੀ ਸੀ। ਸਾਧੂ ਕਹਿਣ ਲੱਗਾ ਵੀ ਰੋਟੀ ਤੇ ਚੱਬੀ ਨਹੀਂ ਵਹਿੰਦੀ, ਚਬਾਈ ਨਹੀਂ ਜਾ ਰਹੀ, ਕੋਈ ਘਿਓ ਨਾਲ ਚੋਪੜ ਤੇ ਦਿਓ, ਹੋਰ ਕੁਝ ਨਹੀਂ, ਸਬਜ਼ੀ ਤੇ ਘਿਓ ਨਾਲ ਰੋਟੀ ਤੇ ਚੋਪੜ ਦਿਓ। ਹੁਣ ਘਰ 'ਚ ਘਿਓ ਹੋਵੇ ਤੇ ਚੋਪੜੇ। ਘਰ ਦੀ ਨੂੰਹ ਵਿਚਾਰੀ ਉਹ ਤੋਂ ਕੋਈ ਰਿਹਾ ਨਾ ਗਿਆ, ਭੱਜ ਕੇ ਨਾਲ ਦੀ ਦੁਕਾਨ ਤੇ ਗਈ। ਉਹਨੇ ਕਹਿੰਦੀ ਭਾਈ ਸਾਨੂੰ ਪਾਈਆ ਕੋ ਘਿਓ ਉਧਾਰ ਦੇ ਦੇ, ਘਰ ਸਾਧੂ ਆਇਆ, ਉਹਨੂੰ ਭੋਜਨ ਛਕਾਣਾ। ਉਹ ਦੁਕਾਨਦਾਰ ਅੱਗੇ ਉਹਨੇ ਬੜਾ ਪੈਸਾ ਲੈਣਾ ਸੀ, ਉਧਾਰ ਰਾਸ਼ਨ ਦਿੰਦਾ ਸੀ ਇਹਨਾਂ ਨੂੰ। ਕਹਿਣ ਲੱਗਾ ਪਿਛਲੇ ਮੁੜਦੇ ਨਹੀਂ, ਹੋਰ ਉਧਾਰ ਲੈਣ ਆ ਗਈ। ਹੋਰ ਕੋਈ ਵਸੀਲਾ ਨਾ ਦੇਖਿਆ ਤਾਂ ਉਸ ਬੀਬੀ ਦੇ ਹੱਥ 'ਚ ਅਖੀਰਲੀ ਚੂੜੀ ਸੋਨੇ ਦੀ ਬਾਕੀ ਸੀ। ਉਹਨੇ ਲਾ ਕੇ ਉਸ ਦੁਕਾਨਦਾਰ ਦੇ ਹਵਾਲੇ ਕੀਤੀ, ਭਾਈ ਇਹ ਗਿਰਵੀ ਰੱਖ ਲੈ, ਪਿਛਲਾ ਅਗਲਾ ਹਿਸਾਬ ਤੇਰਾ ਚੁਕਾ ਦਿਆਂਗੇ ਤੇ ਚੂੜੀ ਛੁਡਾ ਲਾਂਗੇ, ਹੁਣ ਪਾਈਆ ਕੋ ਘਿਓ ਹੋਰ ਦੇ ਦੇ। ਦੁਕਾਨਦਾਰ ਖੁਸ਼ ਹੋ ਗਿਆ ਵੀ ਚਲੋ ਕੁਝ ਤੇ ਜ਼ਮਾਨਤ ਪਈ ਨਾ। ਉਹ ਘਿਓ ਲੈ ਕੇ ਬੀਬੀ ਨੇ ਸਾਧੂ ਨੂੰ ਰੋਟੀ ਚੋਪੜ ਕੇ ਚੰਗੀ ਤਰ੍ਹਾਂ ਖਵਾਈ। ਰੋਟੀ ਖਾ ਕੇ ਸਾਧੂ ਫਿਰ ਉਹੀ ਗੱਪਾਂ ਮਾਰਨ ਲੱਗਾ ਕਿ ਦੇਖੋ ਜੀ ਇਸੇ ਤੇ ਸਾਧ ਹਾਂ, ਸਾਨੂੰ ਤੇ ਰੁੱਖੀ ਸੁੱਕੀ ਦਾ ਕੋਈ ਫਰਕ ਹੀ ਨਹੀਂ। ਤੇ ਘਰ ਦਾ ਜਿਹੜਾ ਵੱਡਾ ਸੀ, ਜਿਹੜਾ ਲੈ ਕੇ ਆਇਆ ਸੀ, ਉਹ ਦੁਖੀ ਹੋ ਕੇ ਕਹਿੰਦਾ, ਬਾਬਾ ਤੇਰਾ ਤਿਆਗ ਅਸਾਂ ਦੇਖ ਲਿਆ, ਜੇ ਤੂੰ ਐਡਾ ਹੀ ਤਿਆਗੀ ਹੁੰਦਾ ਨਾ ਤੇ ਸਾਡੀ ਚੂੜੀ ਅੱਜ ਉੱਥੇ ਦੁਕਾਨਦਾਰ ਕੋਲ ਜ਼ਮਾਨਤ ਨਾ ਪਈ ਹੁੰਦੀ, ਅੱਜ ਜ਼ਮਾਨਤ ਨਾ ਪਈ ਹੁੰਦੀ। ਭਗਤ ਕੋਈ ਹੋਰ ਚੀਜ਼ ਹੈ। ਇਸ ਲਈ ਪਾਸ਼ਾ ਭਗਤਾਂ ਕੀ ਚਾਲ ਨਿਰਾਲੀ। ਜਿਹੜੇ ਭਗਤ ਨੇ ਨਾ, ਬਾਬਾ ਫਰੀਦ ਜੀ ਦੇ ਜੀਵਨ ਵਿੱਚੋਂ ਇੱਕ ਕਥਾ ਆਉਂਦੀ ਹੈ, ਪਰਮੇਸ਼ਰ ਕੈਸੇ ਕੈਸੇ ਇਮਤਿਹਾਨ ਲੈਂਦਾ ਆਪਣੇ ਭਗਤਾਂ ਦੇ। ਸੰਸਾਰ ਤੋਂ ਵੱਖਰੀ ਚਾਲ ਹੈ। ਬਾਬਾ ਫਰੀਦ ਜੀ ਦੇ ਆਸ਼ਰਮ ਵਿੱਚ ਕੁਝ ਸਮਾਂ ਐਸਾ ਆਇਆ, ਇਮਤਿਹਾਨ ਆਇਆ ਪਰਮੇਸ਼ਰ ਵੱਲੋਂ। ਲੋਕੀ ਪੱਟੇ ਲਿਖ ਕੇ ਲਿਆਂਦੇ ਸਨ, ਜਦਾਦਾਂ ਦੇ ਪੱਟੇ, ਵੀ ਅੱਜ ਬਾਬਾ ਜੀ ਇੰਨੇ ਏਕੜ ਜ਼ਮੀਨ ਤੁਹਾਡੇ ਵਾਲੇ ਕੀਤੀ, ਇੰਨੇ ਬਿੱਗੇ। ਤੇ ਬਾਬਾ ਜੀ ਕਹਿੰਦੇ ਸਭ ਪੱਟਾ ਨਹੀਂ ਲੈਣਾ, ਜ਼ਮੀਨ ਦਾ ਪੱਟਾ ਨਹੀਂ ਲੈਣਾ ਅਸੀਂ, ਇਹ ਜ਼ਿੰਮੇਵਾਰੀਆਂ ਨਹੀਂ ਸੀ ਚੁੱਕਣੀਆਂ, ਇਹ ਅਹਿਸਾਨ ਨਹੀਂ ਲੈਣੇ। ਪੱਟਾ ਨਹੀਂ ਸੀ ਲਿਖ ਪਾਉਂਦੇ। ਤੇ ਕਿਸੇ ਕੋਲ ਕੁਝ ਮੰਗਣਾ ਵੀ ਨਹੀਂ, ਕਿਸੇ ਤੇ ਸਹਿਨਤ ਵੀ ਨਹੀਂ ਦੱਸਣੀ ਵੀ ਇਸ਼ਾਰੇ ਨਾਲ ਹੀ ਕਹਿ ਦੇਣਾ ਵੀ ਸਾਨੂੰ ਫਲਾਂ ਚੀਜ਼ ਦੀ ਲੋੜ ਹੈ, ਨਹੀਂ। ਭਗਤ ਸਨ, ਸਾਧ ਸਨ, ਪਰਮੇਸ਼ਰ ਦੇ ਆਸਰੇ ਸਨ। ਸਮਾਂ ਨੇ ਰੱਬ ਨੇ ਇਮਤਿਹਾਨ ਲਿਆ, ਸਮਾਂ ਕਰੜਾ ਆ ਗਿਆ, ਸੰਗਤ ਆਨੋਂ ਘਟ ਗਈ, ਡੇਰੇ ਵਿੱਚ ਰਾਸ਼ਨ ਖਤਮ ਹੋ ਗਿਆ। ਹੁਣ ਕੁਝ ਦਿਨਾਂ ਵਾਸਤੇ ਆਟਾ ਬਾਕੀ ਹੈ। ਇਹਨਾਂ ਦੇ ਸੇਵਕ ਸਨ ਹਜ਼ਰਤ ਨਿਜ਼ਾਮੁਦੀਨ ਸਾਹਿਬ, ਜਿਨ੍ਹਾਂ ਦਾ ਦਿੱਲੀ ਵਿੱਚ ਸਥਾਨ ਹੈ, ਹਜ਼ਰਤ ਨਿਜ਼ਾਮੁਦੀਨ ਔਲੀਆ। ਉਹ ਬਾਬਾ ਫਰੀਦ ਜੀ ਦੇ ਸੇਵਕ ਸਨ। ਭਗਤ ਨਿਜ਼ਾਮੁਦੀਨ ਜੀ ਨੂੰ ਬਾਬਾ ਫਰੀਦ ਜੀ ਨੇ ਹੁਕਮ ਕੀਤਾ ਵੀ ਕਿਸੇ ਕੋਲੋਂ ਕੁਝ ਮੰਗਣਾ ਨਹੀਂ, ਜੋ ਆਸ਼ਰਮ ਵਿੱਚ ਹੈ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਨਾ। ਹੁਣ ਨਿਜ਼ਾਮੁਦੀਨ ਸਾਹਿਬ ਨੇ ਦੇਖਿਆ ਵੀ ਆਟਾ ਵੀ ਥੋੜਾ ਰਹਿ ਗਿਆ ਤੇ ਪਤਾ ਨਹੀਂ ਕਦੋਂ ਕੋਈ ਰੱਬ ਵੱਲੋਂ ਬਖਸ਼ਿਸ਼ ਹੋਏਗੀ, ਕੋਈ ਪਿਆਰ ਵਾਲਾ ਆਏਗਾ, ਰਾਸ਼ਨ ਪਾਣੀ ਡੇਰੇ ਨੂੰ ਪੇਟ ਕਰ ਦੇਗਾ। ਹਜ਼ਰਤ ਨਿਜ਼ਾਮੁਦੀਨ ਸਾਹਿਬ ਨੇ
ਵਿਉਂਤ ਬਣਾਈ ਵੀ ਰੋਜ਼ 4 ਪ੍ਰਸ਼ਾਦੇ ਬਣਾਉਣੇ ਨੇ ਆਟੇ ਦੇ। ਹੁਣ ਹੋਰ ਕੋਈ ਹੈ ਨਹੀਂ ਸਮਾਨ। ਇਹਨਾਂ ਜੰਗਲ ਜਾਣਾ ਤੇ ਉੱਥੋਂ ਡੇਲੇ, ਉਸ ਇਲਾਕੇ ਡੇਲੇ ਹੁੰਦੇ ਸਨ। ਡੇਲੇ ਇੱਕ ਐਸਾ ਫਲ ਹੈ, ਅੱਜ ਕੱਲ੍ਹ ਵੀ ਕਈ ਵਾਰੀ ਅਚਾਰ ਵਿੱਚ ਅਸੀਂ ਲੋਕ ਯੂਜ਼ ਕਰਨੇ ਆ, ਫਿੱਕਾ ਹੁੰਦਾ ਬਿਲਕੁਲ ਔਰ ਸਖਤ ਹੁੰਦਾ। ਬਾਬਾ ਨਿਜ਼ਾਮੁਦੀਨ ਸਾਹਿਬ ਨੇ ਉਹ ਡੇਲੇ ਉਬਾਲ ਲੈਣੇ ਤੇ 2-4 ਰੋਟੀਆਂ ਪਕਾਉਣੀਆਂ ਰੋਜ਼ ਦੀਆਂ। ਇੱਕ ਟਾਈਮ ਰੋਟੀ ਖਾਂਦੇ ਸਨ। ਸਾਧ ਜਨਾਂ ਦਾ ਨਿਯਮ ਹੁੰਦਾ ਹੈ, ਇੱਕ ਵਕਤ ਆਹਾਰ ਕਰਦੇ ਬਸ। ਜਿਹੜੇ ਪੂਰਨ ਪਹੁੰਚੇ ਸਾਧ ਨੇ ਨਾ, ਉਹ ਸੰਕੋਚ ਰੱਖਦੇ ਨੇ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਸ਼ਬਦ ਵਿੱਚ ਕਿਹਾ ਹੈ ਨਾ, ਅਲਪ ਆਹਾਰ ਸੁਲਭ ਸੀ ਨਿਦਰਾ। ਇਸ ਸੰਨਿਆਸੀ ਵਾਸਤੇ, ਸਾਧੂ ਵਾਸਤੇ ਬਚਨ ਹੈ, ਥੋੜਾ ਸੋਣਾ, ਥੋੜਾ ਹੀ ਖਾਣਾ, ਥੋੜਾ ਬੋਲਣਾ। ਉਹਨਾਂ ਨੇ, ਨਿਜ਼ਾਮੁਦੀਨ ਸਾਹਿਬ ਨੇ 4 ਰੋਟੀਆਂ ਬਣਾਉਣੀਆਂ, ਡੇਲੇ ਜੰਗਲ ਤੋਂ ਤੋੜ ਕੇ ਲਿਆਣੇ, ਉਬਾਲ ਲੈਣੇ। 2 ਰੋਟੀਆਂ ਉੱਤੇ ਡੇਲੇ ਰੱਖ ਕੇ ਉੱਤੋਂ ਥੋੜਾ ਜਿਹਾ ਨਮਕ ਤੋੜ ਦੇਣਾ ਕਿ ਫਿੱਕਾ ਫਲ ਹੈ, ਤੇ ਬਾਬਾ ਫਰੀਦ ਜੀ ਦੇ ਹੱਥ 'ਤੇ ਰੱਖ ਦੇਣੀ। 1 ਰੋਟੀ ਆਪ ਖਾਣੀ, 1 ਪੋਰਾ ਜਿਹੜੀ ਸੰਗਤ ਕੋ ਆਉਂਦਾ ਸੀ ਪ੍ਰਸ਼ਾਦ ਰੂਪ ਵਿੱਚ ਉਹਨਾਂ ਨੂੰ ਟੁਕੜਾ ਰੋਟੀ ਦਾ ਵੰਡ ਦਿੰਦੇ ਸੀ। ਪਰ ਰੱਬ ਦੇ ਰੰਗ ਨੇ ਪਿਆਰੀ ਸਾਧ ਸੰਗਤ, ਸਮਾਂ ਐਸਾ ਪ੍ਰਬਲ ਹੋਇਆ ਕਿ ਡੇਰੇ ਵਿੱਚ ਲੂਣ ਵੀ ਖਤਮ ਹੋ ਗਿਆ। ਹੁਣ ਹਜ਼ਰਤ ਨਿਜ਼ਾਮੁਦੀਨ ਜੀ ਦਾ ਮਨ ਭਰ ਆਇਆ ਕਿ ਆਪਣੇ ਮੁਰਸ਼ਦ ਨੂੰ, ਆਪਣੇ ਗੁਰੂ ਨੂੰ ਸੁੱਕੀ ਰੋਟੀ ਤੇ ਖਵਾ ਰਿਹਾ, ਹੁਣ ਲੂਣ ਬਿਨਾਂ ਡੇਲੇ ਕਿਵੇਂ ਖਾਣਗੇ। ਉਹ ਥੋੜਾ ਜਿਹਾ ਲੂਣ ਨਾਲ ਦੇ ਦੁਕਾਨਦਾਰ ਕੋਲ ਉਧਾਰਾ ਲਿਆ। ਲੂਣ ਦੀ ਕੀ ਕੀਮਤ ਹੁੰਦੀ, ਥੋੜਾ ਜਿਹਾ, ਲੱਗਦਾ ਵੀ ਕਿੰਨਾ ਕੁ। ਕਟੋਰੀ, ਅੱਧੀ ਕਟੋਰੀ ਲੂਣ ਦੁਕਾਨਦਾਰ ਕੋਲੋਂ ਲੈ ਆਏ ਤੇ ਰੋਟੀਆਂ ਦੇ ਡੇਲੇ ਰੱਖ ਕੇ ਥੋੜਾ ਲੂਣ ਧੋੜਿਆ, ਬਾਬਾ ਜੀ ਦੇ ਹੱਥ ਵਿੱਚ ਪ੍ਰਸ਼ਾਦਾ ਰੱਖਿਆ ਤੇ ਬਾਬਾ ਫਰੀਦ ਜੀ ਕਹਿਣ ਲੱਗੇ, ਨਿਜ਼ਾਮ ਰੋਟੀ 'ਚ ਕੀ ਪਾਇਆ ਜੀ, ਅੱਜ ਚੁੱਕੀ ਨਹੀਂ ਜਾ ਰਹੀ, ਬੜੀ ਭਾਰੀ ਹੈ। ਹਸਨ ਨਿਜ਼ਾਮੁਦੀਨ ਸਾਹਿਬ ਦਾ ਨੇਤਰ ਝੁਕੇ, ਕਹਿਣ ਲੱਗੇ, ਪਾਤਸ਼ਾਹ ਉਹੀ ਰੋਟੀ ਹੈ। ਕਹਿਣ ਲੱਗੇ, ਨਹੀਂ, ਆਟਾ ਕਿੱਥੋਂ ਲਿਆਂਦਾ ਜੀ? ਕਹਿੰਦੇ, ਆਟਾ ਦੇ ਅੰਦਰ ਹੀ ਪਿਆ ਸੀ। ਡੇਲੇ, ਮਹਾਰਾਜ ਮੈਂ ਆਪ ਤੋੜ ਕੇ ਲਿਆਇਆ। ਕਹਿੰਦੇ, ਤੇ ਲੂਣ? ਝੁਕੀ ਨਿਗਾਹ ਨਿਜ਼ਾਮੁਦੀਨ ਸਾਹਿਬ ਦੀ, ਕਹਿਣ ਲੱਗੇ, ਬਾਬਾ ਬਖਸ਼ ਦੇਣਾ, ਮੇਰੇ ਕੋਲ ਰਿਹਾ ਨਹੀਂ ਗਿਆ, ਸੁੱਕੇ ਡੇਲਿਆਂ ਨਾਲ ਕਿਵੇਂ ਰੋਟੀ ਤੁਸੀਂ ਖਾਂਦੇ, ਮੈਂ ਗਵਾਂਢੋਂ ਲੂਣ ਲਿਆ ਹੈ। ਕਹਿੰਦੇ, ਵਾਹ ਨਿਜ਼ਾਮ, ਤੂੰ ਰੱਬ ਦੇ ਭਾਣੇ 'ਚ ਰਹਿਣਾ ਨਹੀਂ ਸਿੱਖਿਆ। ਜੇ ਰੱਬ ਨੂੰ ਸੁੱਕੀ ਰੋਟੀ ਮਨਜ਼ੂਰ ਸੀ ਤੇ ਸੁੱਕੀ ਸਹੀ, ਤੂੰ ਅੱਜ ਇੱਕ ਫਕੀਰ ਨੂੰ ਕਰਜ਼ਾਈ ਬਣਾ ਦਿੱਤਾ ਹੈ, ਬੜਾ ਔਖਾ ਹੋਏਗਾ। ਪਰ ਇਤਿਹਾਸ ਦੱਸਦਾ ਹੈ, ਬਾਬਾ ਨਿਜ਼ਾਮੁਦੀਨ ਸਾਹਿਬ ਨੂੰ ਦਿੱਲੀ ਵੱਲ ਤੋਰਿਆ ਹਜ਼ਰਤ ਬਾਬਾ ਫਰੀਦ ਜੀ ਨੇ, ਤੇ ਕਿੰਨਾ ਚਿਰ ਇਤਨੇ ਦੁਖੀ ਰਹੇ ਬਾਬਾ ਨਿਜ਼ਾਮੁਦੀਨ ਸਾਹਿਬ, ਤੇ ਭਰ ਕੇ ਚਿੱਠੀਆਂ ਪਿਆਰ ਦੀਆਂ ਆਉਂਦੇ ਜਾਂਦੇ ਮੁਸਾਫਿਰ ਹੱਥ ਭੇਜਦੇ ਸਨ। ਤੇ ਬਾਬਾ ਫਰੀਦ ਜੀ ਕਹਿਣ ਲੱਗੇ, ਨਿਜ਼ਾਮ ਤੂੰ ਭੁੱਲ ਬੜੀ ਵੱਡੀ ਕੀਤੀ ਏ, ਕੁਝ ਸਮਾਂ ਹੋਰ ਔਖਾ ਰਹੇਗਾ, ਫਿਰ ਵਾਹਿਗੁਰੂ ਤੇਰੇ 'ਤੇ ਕਿਰਪਾ ਕਰੇ। ਫਕੀਰਾਂ ਦਾ ਹੈ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਰਹਿਣਾ, ਕਿਸੇ ਹੋਰ ਤੇ ਆਸ ਨਹੀਂ ਰੱਖਣੀ, ਇੱਕ ਪਰਮੇਸ਼ਰ ਤੇ ਆਸ। ਜੋ ਤੁਧ ਭਾਵੈ ਸਾਈ ਭਲੀ ਕਾਰ। ਇਸ ਲਈ ਪਾਤਸ਼ਾਹ ਨੇ ਕਿਹਾ ਹੈ, ਚਾਲਾ ਨਿਰਾਲੀ ਭਗਤਾਂ ਕੇਰੀ। ਸੰਸਾਰੀ ਤੇ ਛੋਟੀ ਜਿਹੀ ਤਕਲੀਫ ਆ ਜਾਏ ਤੇ ਚੀਕਾਂ ਮਾਰਨ ਲੱਗ ਜਾਂਦਾ ਹੈ, ਤੇ ਭਗਤ ਜਿੰਨਾ ਵੀ ਕਸ਼ਟ ਆ ਜਾਏ ਉਹਦੇ ਹੁਕਮ ਵਿੱਚ ਰਹਿੰਦਾ ਹੈ। ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਇਹ ਔਖਾ ਮਾਰਗ ਹੈ ਭਗਤੀ ਦਾ, ਸੌਖਾ ਨਹੀਂ ਹੈ। ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਕੋਈ ਆਪਣੇ ਆਪਾ ਜਤਲਾਣਾ ਨਹੀਂ, ਵਡਿਆਈਆਂ ਨਹੀਂ ਕਰਨੀਆਂ ਆਪਣੀਆਂ। ਖਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਇਹ ਇੰਝ ਹੈ, ਗੁਰਦੇਵ ਆਪ ਕਿਰਪਾ ਕਰ ਰਹੇ ਹਨ। ਖਨਿਓ ਤਿੱਖੀ,
ਖੰਡੇ ਨਾਲੋਂ ਵੀ ਤਿੱਖੀ ਧਾਰ ਹੈ, ਤਲਵਾਰ ਤੋਂ ਵੀ ਤਿੱਖੀ ਧਾਰ ਤੇ ਚੱਲਣ ਬਰਾਬਰ ਹੈ। ਤੇ ਵਾਲੋਂ ਨਿੱਕੀ ਤੇ ਬਰੀਕ ਕਿੰਨੇ ਰਸਤਾ, ਵਾਲ ਤੋਂ ਵੀ ਬਰੀਕ ਰਸਤਾ ਹੈ। ਤਿੱਖੀ ਤਲਵਾਰ ਤੇ ਵਾਲ ਤੋਂ ਵੀ ਬਰੀਕ ਰਸਤੇ ਤੇ ਤੁਰਨਾ ਹੈ। ਇਹ ਹੈ ਭਗਤੀ ਮਾਰਗ। ਕੋਈ ਸੌਖੀ ਗੱਲ ਨਹੀਂ ਹੈ। ਭਗਤ ਅਖਵਾਨਾ, ਸੰਤ ਹੋਣਾ। ਅੱਜ ਹਰ ਬੰਦਾ ਕਲੇਮ ਕਰਦਾ ਮੈਂ ਸੰਤ ਹਾਂ ਜੀ, ਲੋਕੀ ਵੀ ਕਹਿੰਦੇ ਸੰਤ ਹੋ ਜੀ। ਸੰਤ ਉਹ ਹੈ ਜਿਹਦੇ ਸੰਸਾਰ ਦਾ ਅੰਤ ਹੋ ਗਿਆ। ਕੋਟਨ में ਕੋਈ ਕਰੋੜਾਂ 'ਚ ਇੱਕ ਹੈ। ਅਖਵਾਨ ਨੂੰ ਕੋਈ ਅਖਵਾਈ ਚੱਲੇ, ਅਖਵਾਨ ਨੂੰ ਕੋਈ ਅਖਵਾਈ ਚੱਲੇ, ਪਰ ਸੰਤ ਉਹ ਹੈ ਜਿਹਦੇ ਸੰਸਾਰ ਦਾ ਅੰਤ ਹੋ ਗਿਆ, ਜੋ ਸਮਦ੍ਰਿਸ਼ਟ ਹੋ ਗਿਆ। ਕੋਈ ਆਪਣਾ ਬੇਗਾਨਾ ਉਹਦੀ ਨਿਗਾਹ 'ਚ ਨਹੀਂ, ਕੋਈ ਦੋਸਤ ਦੁਸ਼ਮਣ ਉਹਦੀ ਨਿਗਾਹ ਵਿੱਚ ਨਹੀਂ। सब अपने, सबको मीत हम आपन कीना, हम सबना के साजन। ਇਹ ਅਵਸਥਾ ਹੁੰਦੀ ਹੈ ਸੰਤ ਦੀ। ਖੰਨਿਓ ਤਿੱਖੀ ਵਾਲੋ ਨੇਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਨੀ। ਜਿਨ੍ਹਾਂ ਦੀਆਂ ਵਾਸ਼ਨਾਵਾਂ ਤ੍ਰਿਸ਼ਨਾ ਉਹਨਾਂ ਨੇ ਹਰੀ ਦੇ ਚਰਨਾਂ ਵਿੱਚ ਸਮੇਟ ਦਿੱਤੀਆਂ, ਆਪਣਾ ਆਪਾ ਹੀ ਸੌਂਪ ਦਿੱਤਾ। ਕੋਈ ਵਾਸ਼ਨਾ ਤ੍ਰਿਸ਼ਨਾ ਬਾਕੀ ਰਹੀ ਨਹੀਂ। ਗੁਰੂ ਦੀ ਕਿਰਪਾ ਸਦਕਾ ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਵਿੱਚ ਨਿਛਾਵਰ ਕਰ ਦਿੱਤਾ। ਉਸੇ ਭਗਤਾਂ ਵਾਸਤੇ ਪਾਤਸ਼ਾਹ ਕਹਿੰਦੇ ਨੇ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਇਹ ਜੁਗਾਂ ਤੋਂ ਹੀ ਐਸਾ ਵਿਉਂਤ ਹੈ, ਭਗਤਾਂ ਦੀ ਵੱਖਰੀ ਚਾਲ ਹੈ। ਸੰਸਾਰ ਤੋਂ ਵੱਖ ਤੁਰਦੇ ਨੇ। ਤਾਂ ਹੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਭਗਤਾ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤ ਨੂੰ ਸੰਸਾਰ ਨਹੀਂ ਸਮਝ ਸਕਦਾ ਤੇ ਸੰਸਾਰ ਦਾ ਮਾਰਗ ਭਗਤ ਦਾ ਮਾਰਗ ਹੈ ਹੀ ਨਹੀਂ। ਸੰਸਾਰ ਦੇ ਤੇ ਬਸ ਤ੍ਰਿਸ਼ਨਾਵਾਂ ਹੀ ਨਹੀਂ ਮੁੱਕਦੀਆਂ ਤੇ ਭਗਤ ਇੱਕ ਦੇ ਰੰਗ 'ਚ ਰੰਗਿਆ। ਗੁਰਦੇਵ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਸੁੰਦਰ ਬਚਨ ਆਪਣੇ ਭਗਤਾਂ ਲਈ ਕਹੇ ਹਨ। ਕਹਿੰਦੇ ਨੇ, ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ। ਉਹ ਭਾਵੇਂ ਟੁੱਟੀ ਝੁੱਗੀ 'ਚ ਰਹਿੰਦਾ ਹੈ, ਕੱਪੜੇ ਵੀ ਫਟੇ ਨੇ, ਚੀਰ ਭਾਵ ਕੱਪੜੇ। ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ, ਮਿਟ ਨਾ ਇਠ ਨਾ ਰੂਪਹੀਨ ਕਿਛ ਸਾਖ ਨਾ ਸਿੰਨਾ। ਕੋਦਾ ਮਿੱਤਰ ਨਹੀਂ, ਕੋਦੇ ਸ਼ਕਲ ਸੂਰਤ ਦੀ ਸੁੰਦਰਤਾ ਨਹੀਂ, ਕੋਦਾ ਰਿਸ਼ਤੇਦਾਰ ਨਹੀਂ, ਕੋਈ ਸਾਥੀ ਨਹੀਂ। ਮਿਤ ਨਾ ਇਠ ਤਨ ਰੂਪਹੀਨ ਕਿਛ ਸਾਖ ਨਾ ਸਿੰਨਾ। ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰ ਮਿੰਨਾ। ਉਹਦੀ ਕੋਈ ਜਾਤੀ ਨਹੀਂ ਪਤਾ, ਉਹਦੀ ਕੋਈ ਕਿਹੜਾ ਗੋਤਰ ਹੈ, ਕਿਹੜੇ ਪਰਿਵਾਰ 'ਚ ਹੈ, ਕਿਹੜੇ ਸਮਾਜ ਦਾ ਹਿੱਸਾ ਨਹੀਂ ਪਤਾ। ਜਾਤ ਨਾ ਪਾਤ ਨਾ ਆਦਰੋ, ਤੇ ਕੋਈ ਉਹਨੂੰ ਆਦਰ ਵੀ ਨਹੀਂ ਦਿੰਦਾ। ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰ ਮੀਨਾ। ਉਹ ਜੰਗਲਾਂ 'ਚ ਹੀ ਭਟਕ ਰਿਹਾ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਗੁਰਦੇਵ ਮੇਰੇ ਕਹਿੰਦੇ ਨੇ, ਰਾਜਾ ਸਗਲੀ ਸ੍ਰਿਸ਼ਟ ਕਾ। ਕਹਿੰਦੇ ਨੇ ਮੇਰੀ ਨਿਗਾਹ ਵਿੱਚ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਕਿਉਂ ਰਾਜਾ ਹੈ ਭਈ? ਹਰ ਨਾਮ ਮਨ ਭਿੰਨਾ। ਉਹ ਨਾਮ ਦੇ ਰੰਗ 'ਚ ਰੰਗਿਆ ਹੋਇਆ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਕਹੇ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਕਹੇ ਨਾਨਕ ਚਾਲ ਭਗਤਾ जुग हो जुग निराली। आज इतनी सेवा प्रवान करनी प्यारी साध संगत। बानी अगाध बोध है, बानी पढ़दियाँ बानी विचारदियाँ अनेकां अनेक भुलां हो जांदियां। आप संगत रूप हो, गुरु रूप हो, भुलां बख्श देनियां। सतगुर पातशाह रहमत करन। बानी दी सोझी, बानी दा ज्ञान, बानी दा प्रकाश ਪੜ੍ਹਦਿਆਂ ਸੁਣਦਿਆਂ ਦੇ ਹਿਰਦਿਆਂ ਵਿੱਚ ਕਰ ਦੇਣ। ਬਾਣੀ ਦੇ ਭਾਵ ਪੜ੍ਹਦਿਆਂ ਸੁਣਦਿਆਂ ਦੇ ਹਿਰਦਿਆਂ ਵਿੱਚ ਵਸਾ ਦੇਣ। ਦਿਓ ਅਸੀਸ ਭਰੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।